परम सत्कारयोग सतगुरां दी साजी निवाजी गुरु रूप प्यारे साध संगत जी, परमेश्वर दे घर दे विच आपो अपनी प्यार सत्कार ले करके बैठे हाँ। जिंदगी दियां जड़ियां अहम घड़ियां ने उन्हां नूं सफलियां करन वास्ते मनुख परमात्मा दे घर विच आ रहे। मनुखता दी जिंदगी जिहड़ी है इनू गुरु तेग बहादुर साहिब जी महाराज पै काहों को देत नह पै मानत आन। तेरी जिंदगी इहो जी होवे कि ना ते तू भै किसे नूं देवें, डर किसे नूं देवें, ते ना ही किसे तो डर के अपनी जिंदगी बतीत कर रहा होवे। ना ते किसे नूं डराउणा, ना किसे तो डरना, ऐसी जिंदगी गुरु तेग बहादुर साहब महाराज कहते तू बतीत करनी है। अजोके समय का मनुख नूं सब तो वड्डा खतरा जिहड़ा है वो केवल ते केवल मनुख तो ही है। मनुख तो डरिया होया है। गुरु साहिब जी महाराज कहते ना तो डरन वास्ते आए, ना किसे नूं डराउण वास्ते आए। तेरी जिंदगी इतनी निर्लेपता दे विच होवे कि बिल्कुल सुचज्जे ढंग दे नाल अपनी जिंदगी बतीत कर रहा होवे। जिस दिन तू अपनी जिंदगी आप बतीत करेगा तैनूं तेरी जिंदगी दा उसे दिन ही पूर्ण रूप दे विच रस आउणा शुरू करेगा। उस तो बाद ही तेनों रस आवेगा। हजे तक तो तू किसे नूं डरा भी रहा ते किसे तो डर भी रहा। गुरु साहिब जी महाराज दे अनमोल वचन ने कि एक कर्म करने वास्ते तो समाज विच नहीं आया। समाज दे विच तू ऐसी जिंदगी बतीत करने वास्ते आया ਜਿਹੜੀ जिंदगी बिल्कुल निर्लेप होवे। सेवा दे पंज गुरु अमरदास साहिब जी महाराज दे घर दा एक सेवक होया भाई सौन मल। गुरु साहिब जी महाराज जी की सेवा करदा सी। आप जी नूं पता होवे दसे पातशाहियां दे विचों सब तो वड्डी उम्र दे गुरु अमरदास साहिब जी महाराज ही होए ने। वडेरी उम्र दे विच ये भाई सौन मल जी महाराज के चरणों के सेवक बने हुए सन। एक दिन महाराज बैठे बैठे कहन लगे ना, कहते भाई गुरु के लंगर वास्ते लकड़ां लेके आउणियां ते दरिया नूं पार करके लकड़ां लेके आउणियां पैणियां ने। कोई सेवा करन वाला सेवादार होवे। इन्नी गल कहण दी देर से भाई सौन मल जी उठ खड़े। महाराज ये जिहड़ी बहुत वड्डी गुरु के लंगर दी लकड़ां दी सेवा है, ये तुसी किरपा करके मैनूं बख्श दिओ।
ਮਹਾਰਾਜ ਜੀ ਕਹਿਣ ਲੱਗੇ, ਸਾਉਣ ਮੱਲ ਦਰਿਆ ਨੂੰ ਪਾਰ ਕਰਕੇ ਜਾਣਾ ਤੇ ਦੂਜੇ ਰਾਜੇ ਦੀ ਰਿਆਸਤ ਵਿੱਚ ਜਾਣਾ, ਹਰੀਪੁਰ ਦੇ ਰਾਜੇ ਦੀ। ਕਹਿਣ ਲੱਗਿਆ, ਮਹਾਰਾਜ ਸਿਰ ਤੇ ਹੱਥ ਰੱਖਿਓ ਤੁਸੀਂ। ਕੋਲ ਹੀ ਬੈਠੀ ਸਾਉਣ ਮੱਲ ਦੀ ਮਾਂ ਉੱਠ ਖੜੀ। ਮਹਾਰਾਜ ਇਹ ਤੇ ਨਿਦਾਨ ਬੱਚਾ ਹੈ, ਇਹਨੂੰ ਇਹਨਾਂ ਗੱਲਾਂ ਦੀ ਹਜੇ ਤੱਕ ਸੋਝੀ ਨਹੀਂ ਹੈ। ਉਸ ਰਿਆਸਤ ਦੇ ਵਿੱਚ ਤੇ ਬੜੇ ਧਾੜਵੀ ਲੋਕ ਨੇ ਇਹਨੂੰ ਮਾਰ ਦੇਣਗੇ, ਖਤਮ ਕਰ ਦੇਣਗੇ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਤੂੰ ਇਸ ਦਾ ਫਿਕਰ ਨਾ ਕਰ। ਕਹਿਣ ਲੱਗੇ, ਮਹਾਰਾਜ ਮੈਂ ਬੜੇ ਸੁਚੱਜੇ ਢੰਗ ਦੇ ਨਾਲ ਇਸ ਨੂੰ ਪਾਲਿਆ ਪਲੋਸਿਆ, ਫਿਕਰ ਤੇ ਹੁਣ ਮਾਂ ਨੂੰ ਤੇ ਹੁੰਦਾ ਹੀ ਹੈ। ਸਾਉਣ ਮੱਲ ਕਹਿਣ ਲੱਗਿਆ, ਮਹਾਰਾਜ ਜੇ ਬਖਸ਼ਿਸ਼ ਤੁਹਾਡੀ ਹੋਵੇ ਫਿਰ ਕੌਣ ਮਾਰ ਸਕਦਾ ਮੈਨੂੰ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸਾਉਣ ਮੱਲ ਦੀ ਮਾਂ ਨੂੰ ਕਹਿਣ ਲੱਗੇ, ਕਹਿੰਦੇ ਤੁਸੀਂ ਤੇ ਕਹਿੰਦੇ ਹੋ ਕਿ ਇਹਨੂੰ ਉੱਥੋਂ ਦੇ ਧਾੜਵੀ ਲੋਕ ਮਾਰ ਦੇਣਗੇ, ਪਰ ਜਦੋਂ ਗੁਰੂ ਨਾਨਕ ਦੇ ਘਰ ਦੀ ਬਖਸ਼ਿਸ਼ ਹੋਈ ਨਾ, ਇਹ ਮਿਰਤੂ ਸਰੀਰਾਂ ਦੇ ਵਿੱਚ ਸਵਾਸ ਪਾ ਕੇ ਉਹਨਾਂ ਨੂੰ ਜਿਉਂਦੇ ਕਰਿਆ ਕਰੇਗਾ। ਇਤਨਾ ਬਚਨ ਕਿਹਾ ਮਹਾਰਾਜ ਨੇ। ਜਦ ਮਹਾਰਾਜ ਨੇ ਇਹ ਬਚਨ ਕਿਹਾ ਤੇ ਗੁਰੂ ਸਾਹਿਬ ਜੀ ਮਹਾਰਾਜੀਆਂ ਨੇ ਇੱਕ ਰੁਮਾਲ ਦਿੱਤਾ ਸੀ ਭਾਈ ਸਾਉਣ ਮੱਲ ਨੂੰ ਕਿ ਕੋਲ ਰੱਖੀ, ਜਦ ਵੀ ਤੈਨੂੰ ਲੋੜ ਪਵੇ ਨਾ ਇਹਦੀ ਵਰਤੋਂ ਕਰ ਲਈ। ਪਰ ਵਰਤੋਂ ਕਿਵੇਂ ਕਰਨੀ ਹੈ, ਕਿੱਥੇ ਕਰਨੀ ਹੈ, ਸਾਰੀ ਮਹਾਰਾਜ ਨੇ ਵਾਰਤਾ ਸੁਣਾਈ। ਕਰੋੜਾਂ ਤਰ੍ਹਾਂ ਦੀਆਂ ਬਖਸ਼ਿਸ਼ਾਂ ਮਨੁੱਖਤਾ ਦੀ ਝੋਲੀ ਦੇ ਵਿੱਚ ਪਰਮਾਤਮਾ ਪਾਉਂਦੇ ਨੇ। ਬਚਪਨੇ ਦੇ ਵਿੱਚ ਵੀ ਪਾਈਆਂ ਨੇ, ਜਵਾਨੀ ਦੇ ਵਿੱਚ ਵੀ ਪਾਈਆਂ ਨੇ, ਹੁਣ ਬੁਢੇਪੇ ਦੇ ਵਿੱਚ ਵੀ ਪਰਮਾਤਮਾ ਬਖਸ਼ਿਸ਼ਾਂ ਪਾ ਰਹੇ ਨੇ। ਪਰ ਉਹਨਾਂ ਬਖਸ਼ਿਸ਼ਾਂ ਦੀ ਸਾਂਭ ਸੰਭਾਲ ਜਿਹੜੀ ਹੈ, ਉਹਨਾਂ ਨੂੰ ਸਹੀ ਢੰਗ ਦੇ ਨਾਲ ਵਰਤਣਾ ਕਿਵੇਂ ਹੈ, ਇਹ ਕਿਸੇ ਵਿਰਲੇ ਵਾਂਝੇ ਮਨੁੱਖ ਦੇ ਹਿੱਸੇ ਵਿੱਚ ਹੀ ਆਉਂਦੀਆਂ ਨੇ। ਵਰਨਾ ਮਨੁੱਖ ਤੇ ਸਾਰੀ ਜ਼ਿੰਦਗੀ ਤੇ ਆਪਣੇ ਦੁਸ਼ਮਣਾਂ ਨੂੰ ਪਾਲਦਾ ਕੱਢ ਦਿੰਦਾ ਹੈ। ਸਾਰੀ ਜ਼ਿੰਦਗੀ ਇਕੱਲੀ ਆਪਣੀ ਜ਼ਿੰਦਗੀ ਨਹੀਂ ਬਤੀਤ ਕਰਦਾ ਕਿ ਜੇ ਮੇਰੀ ਕਿਸੇ ਦੇ ਨਾਲ ਦੁਸ਼ਮਣੀ ਹੈ, ਆਪਣੀ ਨਹੀਂ, ਅਗਾਹਾਂ ਫਿਰ ਆਪਣੇ ਪੁੱਤਰਾਂ ਨੂੰ ਵੀ ਦਾਨ ਇਹੀ ਦੇ ਕੇ ਜਾਂਦਾ ਹੈ। ਆਪਦੀ ਤੇ ਜ਼ਿੰਦਗੀ ਬਤੀਤ ਕਰ ਲਈ, ਪੁੱਤਰ ਨੂੰ ਵੀ ਜਾਂਦਾ ਜਾਂਦਾ ਦੁਸ਼ਮਣੀ ਜਿਹੜੀ ਹੈ ਉਹ ਦੇ ਜਾਂਦਾ ਹੈ। ਸਾਰੀ ਜ਼ਿੰਦਗੀ ਪੁੱਤਰ ਦੀ ਨਿਕਲ ਜਾਂਦੀ ਹੈ, ਕਿਸੇ ਨੂੰ ਡਰਾਉਂਦਿਆਂ ਦੀ, ਆਪ ਡਰਦਿਆਂ ਦੀ। ਮਾਂ ਔਰ ਬਾਪ ਆਪਣੀ ਔਲਾਦ ਨੂੰ ਬਹੁਤ ਕੁਛ ਦਿੰਦੇ ਨੇ, ਪਰ ਕੀ ਕੁਛ ਦੇਣਾ ਹੈ, ਕਿੰਨੇ ਕਿੰਨੇ ਟਾਈਮ ਤੇ ਦੇਣਾ ਹੈ, ਕਦੋਂ ਕੁ ਦੇਣਾ ਹੈ, ਕਿੰਨਾ ਕੁ ਦੇਣਾ ਹੈ, ਇਹ ਤੇ ਕੋਈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਤੋਂ ਪੁੱਛੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਫਿਰ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਜੀ ਮਹਾਰਾਜ ਕਿਹੜੀ ਦਾਤ ਦੀ ਦੇਣ ਦੀ ਗੱਲ ਕਰਦੇ ਨੇ। ਵਰਨਾ ਬਾਪ ਤੇ ਕਹਿ ਦਿੰਦਾ ਹੈ, ਮੇਰੀ ਤੇ ਫਲਾਣੇ ਦੇ ਨਾਲ ਸਾਰੀ ਜ਼ਿੰਦਗੀ ਬਣੀ ਨਹੀਂ, ਮੇਰੇ ਪੁੱਤਰਾ ਤੂੰ ਵੀ ਨਹੀਂ ਵਰਤਣਾ। ਮੈਂ ਤੇ ਫਲਾਣੇ ਰਿਸ਼ਤੇਦਾਰੀ 'ਚ ਕਦੇ ਗਿਆ ਨਹੀਂ, ਲੈ ਤੂੰ ਵੀ ਨਹੀਂ ਜਾਣਾ। ਤੂੰ ਵੀ ਨਹੀਂ ਜਾਣਾ, ਦੇ ਦਿੱਤਾ ਸਭ ਕੁਛ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਤੂੰ ਆਪਣੀ ਔਲਾਦ ਨੂੰ ਇਹ ਵਸਤੂਆਂ ਨਹੀਂ ਦੇਣੀਆਂ ਸੀ। ਜੇ ਜ਼ਿੰਦਗੀ ਦਿੱਤੀ ਸੀ ਤੇ ਫਿਰ ਉਹਨਾਂ ਨੂੰ ਸੁਚੱਜੇ ਢੰਗ ਦੇ ਨਾਲ ਜ਼ਿੰਦਗੀ ਜਿਉਣ ਦੀ ਜਾਂਚ ਦੱਸਣੀ ਸੀ, ਸੁਚੱਜੇ ਢੰਗ ਦੇ ਨਾਲ। ਹਕੀਕਤ ਰੂਪ ਦੇ ਵਿੱਚ ਦੁਨੀਆ ਦੇ ਵਿੱਚ ਇਹੀ ਕੁਛ ਹੁੰਦਾ ਹੈ।
बाप अपनी औलाद नूं ਇਹ ਮਰਦੇ ਦਮ ਤੱਕ ਇਹ ਸਭ ਕੁਛ ਦੇ ਦਿੰਦਾ ਹੈ। ਕਿਹਦੇ ਨਾਲ ਮੇਰੀ ਬਣਦੀ ਰਹੀ, ਕਿਹਦੇ ਨਾਲ ਨਹੀਂ ਬਣੀ, ਕਿਹਨੇ ਆਪਣਾ ਖੋਇਆ, ਕਿਹਦਾ ਮੈਂ ਖੋਇਆ, ਬੜਾ ਕੁਛ। ਤੇ ਬੜੇ ਘਰ ਜਿਹੜੇ ਨੇ ਇਹਨਾਂ ਗੱਲਾਂ ਦੇ ਵਿੱਚ ਉਜਾੜ ਬਣ ਜਾਂਦੇ ਨੇ। ਬੜੇ ਘਰ ਹਕੀਕਤ ਰੂਪ ਦੇ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਸਭ ਕੁਛ ਵਰਤਦਾ ਦੁਨੀਆ ਵਿੱਚ, ਪਰ ਮਨੁੱਖ ਸਮਝਦਾ ਨਹੀਂ ਹੈ। ਲੜਾਈਆਂ ਝਗੜੇ, ਇੱਕ ਵਾਰਤਾ ਮੇਰੇ ਚੇਤੇ ਆ ਗਈ ਦੁਨੀਆ ਦੀ। 4 ਚਫੇਰੇ ਇੱਕ ਘਰ ਦੀ ਜ਼ਮੀਨ ਸੀ, ਇੱਕ ਵਿਚਕਾਰ 1 ਕਿੱਲਾ ਕਿਸੇ ਦਾ ਹੋਰ ਸੀ। ਸਾਰੀ ਜ਼ਿੰਦਗੀ ਬਾਪ ਝਗੜਦਾ ਰਿਹਾ। ਉਹ ਕਹਿੰਦੇ ਨਾ ਅਸੀਂ ਪਾਣੀ ਲਾਉਣ ਦਈਏ, ਨਾ ਤੈਨੂੰ ਲੰਘਣ ਵਾਸਤੇ ਆਪਣੀ ਜ਼ਮੀਨ 'ਚੋਂ ਥਾਂ ਦਈਏ। ਝਗੜਦਾ ਰਿਹਾ। ਮਰਦੇ ਮਰਦੇ ਨੇ ਇਹ ਗੱਲ ਕਹਿ ਦਿੱਤੀ, ਕਹਿੰਦਾ ਚਾਹੇ ਕੁਛ ਵੀ ਹੋ ਜੇ ਪਰ ਕਿੱਲਾ ਜ਼ਮੀਨ ਦਾ ਨਹੀਂ ਛੱਡਣਾ। ਹੋਰ ਵੀ ਸੀਗੀ 22 ਕਿੱਲੇ ਜ਼ਮੀਨ, ਇਹ ਕਿੱਲਾ ਇਹਨਾਂ ਨੂੰ ਨਹੀਂ ਦੇਣਾ, ਜੋ ਮਰਜ਼ੀ ਹੋਵੇ। ਨਤੀਜਾ ਕੀ ਨਿਕਲਿਆ? ਬੜੀਆਂ ਪੰਚਾਇਤਾਂ ਹੋਈਆਂ, ਬੜੇ ਰਿਸ਼ਤੇਦਾਰ ਆਏ, ਕਿਸੇ ਦੇ ਆਖੇ ਕੋਈ ਨਾ ਲੱਗਿਆ। ਹੁਣ ਇੱਕ ਪਾਸੇ 17 ਕਿੱਲੇ ਕੌਣ ਵਿੱਚ, ਇੱਕ ਪਾਸੇ 1 ਕਿੱਲੇ ਆ ਗਏ। ਲਾਸਟ ਨਤੀਜਾ ਨਿਕਲਿਆ ਕਿ ਚਾਚੇ ਨੂੰ ਆਪਣੇ ਭਤੀਜੇ ਨਾਲ ਪੱਕੀ ਦੁਸ਼ਮਣੀ ਦੇ ਵਿੱਚ ਕਤਲ ਕਰਨਾ ਪੈ ਗਿਆ। ਭਤੀਜਾ ਤੇ ਉਂਝ ਚਲਿਆ ਗਿਆ, ਚਾਚਾ ਸਾਰੀ ਉਮਰ ਜੇਲ੍ਹ ਦੇ ਵਿੱਚ ਗਿਆ। ਇੱਕ ਬਾਪ ਦੀ ਇੱਕ ਗੱਲ ਕਰਕੇ 2 ਘਰ ਉੱਜੜ ਗਏ। ਇਹੋ ਜਿਹੇ ਬਾਪ ਤੋਂ ਕੀ ਕਰਾਉਣਾ ਹੈ? ਇਹ ਸਭ ਕੁਛ ਆਪਣੀ ਔਲਾਦ ਨੂੰ ਦਿੰਦੇ ਨੇ ਸਭ, ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਬਾਪ ਨੂੰ, ਇੱਕ ਮਾਂ ਨੂੰ ਇਹ ਗੱਲਾਂ ਤੋਂ ਸੁਚੇਤ ਕਰਦੇ ਨੇ ਕਿ ਜੇ ਤੂੰ ਆਪਣੀ ਔਲਾਦ ਨੂੰ ਕੁਛ ਦੇਣਾ ਚਾਹੁੰਦਾ ਤਾਂ ਇਹੋ ਜਿਹੇ ਸੰਸਕਾਰ ਦੇ ਕੇ ਜਾਈਂ, ਜਿਹੜੇ ਸੰਸਕਾਰ ਤੇਰੀ ਔਲਾਦ ਦੇ ਹੋਣ। ਤੂੰ ਭਾਵੇਂ ਚੜ੍ਹਾਈ ਕਰ ਜੇ ਪਰ ਤੈਨੂੰ ਦੁਨੀਆ ਫੇਰ ਵੀ ਚੇਤੇ ਕਰਦੀ ਰਹੇ। ਇਹੋ ਜਿਹੇ ਸੰਸਕਾਰ ਆਪਣੀ ਔਲਾਦ ਨੂੰ ਦੇਵੀਂ, ਮਾੜੇ ਸੰਸਕਾਰ ਨਾ ਦੇਵੀਂ। ਇਹ ਕਰਮ ਤੋਂ ਨਹੀਂ ਦੇਣਾ। ਤਾਂ ਗੁਰੂ ਸਾਹਿਬ ਜੀ ਮਹਾਰਾਜ ਨੇ ਸੁਚੇਤ ਕੀਤਾ ਮਾਂ ਔਰ ਬਾਪ ਨੂੰ ਚੰਗੇ ਸੰਸਕਾਰ ਦੇਵੀਂ। ਪਰ ਅਸੀਂ ਬੱਚਿਆਂ ਨੂੰ ਸੰਸਕਾਰ ਉਦੋਂ ਦੇਣ ਦੇ ਯਤਨ ਕਰਦੇ ਹਾਂ ਜਦੋਂ ਨੌਜਵਾਨ ਹੋ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਮਾਂ ਨੂੰ, ਐ ਮਾਂ, ਜੇ ਤੂੰ ਆਪਣੇ ਬੱਚੇ ਨੂੰ ਚੰਗੇ ਸੰਸਕਾਰ ਦੇਣੇ ਚਾਹੁੰਦੀ ਹੈ ਨਾ, ਜਦੋਂ ਬੱਚੇ ਦਾ ਜਨਮ ਨਹੀਂ ਹੋਇਆ ਉਦੋਂ ਦੇ, ਉਦੋਂ ਦੇ, ਜਨਮ ਤੋਂ ਪਹਿਲਾਂ। ਜਦੋਂ ਬੱਚਾ ਉਦਰ ਦੇ ਵਿੱਚ ਸੀ ਉਸ ਵਕਤ ਤੋਂ ਬਾਣੀ ਪੜ੍ਹਿਆ ਕਰ, ਤਾਂ ਕਿ ਪੜ੍ਹੀ ਹੋਈ ਗੁਰਬਾਣੀ ਨੂੰ ਜਨਮ ਹਜੇ ਹੋਇਆ ਨਹੀਂ ਪਰ ਤੇਰਾ ਬੱਚਾ ਸੁਣ ਸਕੇ। ਜਨਮ ਹਜੇ ਹੋਇਆ ਨਹੀਂ, ਜੋ ਤੂੰ ਦੇਖ ਰਹੀ ਹੈ ਉਹ ਸਾਰਾ ਕੁਛ ਅੱਖੀਆਂ ਰਾਹੀਂ ਤੇਰੇ ਬੱਚੇ ਨੂੰ ਮਿਲ ਰਿਹਾ ਹੈ। ਪਰਮਾਤਮਾ ਦੇ ਦਰਸ਼ਨ ਕਰਿਆ ਕਰ। ਜਨਮ ਤੋਂ ਪਹਿਲਾਂ ਆਪਣੇ ਬੱਚੇ ਨੂੰ ਤੂੰ ਪਰਮਾਤਮਾ ਦੇ ਦਰਸ਼ਨ ਕਰਵਾ ਦੇ, ਤੇਰਾ ਫਰਜ਼ ਹੈ। ਬੱਚੇ ਦਾ ਹਜੇ ਤੱਕ ਜਨਮ ਨਹੀਂ ਹੋਇਆ, ਜੋ ਤੂੰ ਕੰਨਾਂ ਦੇ ਨਾਲ ਸੁਣਦੀ ਹੈ ਇਹ ਸਾਰਾ ਕੁਛ ਬੱਚੇ ਕੋਲ ਪਹੁੰਚ ਰਿਹਾ ਹੈ, ਪਹੁੰਚ ਰਿਹਾ ਹੈ। ਜੇ ਤੂੰ ਚਾਹੁੰਦੀ ਹੈ ਕਿ ਚੰਗੇ ਸੰਸਕਾਰ ਦੇਣੇ ਨੇ ਤੇ ਇਹਨਾਂ ਸ਼ਰਵਣਾਂ ਦੇ ਨਾਲ ਤੂੰ ਗੁਰਬਾਣੀ ਨੂੰ ਸੁਣਿਆ ਕਰ, ਤਾਂ ਕਿ ਇਹ ਬੱਚਾ ਜਿਹੜਾ ਸੁਣ ਰਿਹਾ ਹੈ ਜਨਮ ਤੋਂ ਪਹਿਲਾਂ ਹੀ ਗੁਰਬਾਣੀ ਸੁਣ ਸੁਣ ਕੇ ਰੱਬ ਦਾ ਭਗਤ ਬਣ ਜੇ। ਇਹ ਮਾਂ ਬਾਪ ਦੇ ਫਰਜ਼ ਨੇ। ਤੇ ਗੁਰਬਾਣੀ ਬੜੇ ਸਪਸ਼ਟੀਕਰਨ ਦੇ ਵਿੱਚ ਮਹਾਰਾਜ ਜੀ ਇਹਨਾਂ ਗੱਲਾਂ ਦੀਆਂ ਵਿਸਥਾਰ ਦੇ ਨਾਲ ਸਾਨੂੰ ਸਮਝਾਉਂਦੇ ਨੇ। ਸੰਸਕਾਰ ਦਿਓ ਆਪਣੀ ਔਲਾਦ ਨੂੰ ਚੰਗੇ, ਬਹੁਤੇ ਚੰਗੇ ਮਕਾਨ, ਬਹੁਤੀਆਂ ਚੰਗੀਆਂ ਗੱਡੀਆਂ,
ਬਹੁਤੇ ਚੰਗੇ ਮਹਿਲਾਂ ਦੀ ਲੋੜ ਨਹੀਂ ਹੈ। ਜੇ ਸੰਸਕਾਰ ਚੰਗੇ ਹੋਏ ਤੇ ਝੁੱਗੀ ਦੇ ਵਿੱਚ ਬੈਠਿਆਂ ਨੂੰ ਵੀ ਦੁਨੀਆ ਨਮਸਕਾਰਾਂ ਕਰੇਗੀ। ਜੇ ਸੰਸਕਾਰ ਚੰਗੇ ਨਹੀਂ ਹੈ ਤਾਂ ਮਹਿਲਾਂ ਦੇ ਵਿੱਚ ਬੈਠਿਆਂ ਨੂੰ ਵੀ ਕੋਈ ਨਮਸਕਾਰਾਂ ਨਹੀਂ ਕਰਦਾ। ਗੁਰੂ ਸਾਹਿਬ ਜੀ ਮਹਾਰਾਜ, ਮਾਤਾ ਕਹਿਣ ਲੱਗੀ ਧਾੜਵੀ ਲੋਕ ਨੇ ਇਹਨੂੰ ਖਤਮ ਕਰ ਦੇਣਗੇ। ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿਣ ਲੱਗੇ ਬਖਸ਼ਿਸ਼ ਗੁਰੂ ਨਾਨਕ ਦੇ ਕਰਦੀ ਹੈ, ਥਾਪਨਾ ਗੁਰੂ ਨਾਨਕ ਦੇ ਕਰਦਾ ਹੈ। ਚਲਿਆ ਗਿਆ, ਦਰਿਆ ਪਾਰ ਕਰਕੇ ਚਲਿਆ ਗਿਆ। ਇੱਧਰੋਂ ਹਰੀਪੁਰ ਰਾਜੇ ਦਾ ਪੁੱਤਰ ਚੜ੍ਹਾਈ ਕਰ ਗਿਆ। ਹੁਣ ਇੱਕੋ ਪੁੱਤਰ ਸੀ ਤੇ ਰਾਜੇ ਨੇ ਵੀ ਫਿਰ ਸਾਰਾ ਕੁਛ ਆਪਣਾ ਧਨ ਦੌਲਤ ਜ਼ਮੀਨ ਜਾਇਦਾਦ ਦਾਅ ਤੇ ਲਾਤਾ। ਕਹਿੰਦਾ ਕੋਈ ਵੀ ਪੀਰ ਫਕੀਰ ਪੈਗੰਬਰ ਹੋਵੇ ਰੱਬ ਦਾ ਭਗਤ, ਇਹਨੂੰ ਜਿਉਂਦਾ ਕਰ ਦੇ, ਜੋ ਵੀ ਮੰਗੇਗਾ ਮੈਂ ਰਾਜ ਭਾਗ ਤਖਤ ਤਾਜ ਸਭ ਕੁਛ ਦੇਣ ਵਾਸਤੇ ਤਿਆਰ ਹਾਂ। ਜਿੰਨੇ ਪੀਰ ਫਕੀਰ ਸੀ ਸਾਰੇ ਦੇ ਸਾਰਿਆਂ ਨੇ ਆਪਣਾ ਬੜਾ ਜ਼ੋਰ ਲਾਇਆ, ਪਰ ਰਾਜੇ ਦਾ ਪੁੱਤ ਨਾ ਕਿਸੇ ਤੋਂ ਜਿਉਂਦਾ ਹੋਇਆ, ਨਹੀਂ ਹੋਇਆ। ਜਦੋਂ ਨਾ ਹੋਇਆ ਜਿਉਂਦਾ ਤੇ ਫਿਰ ਉਸ ਰਾਜੇ ਨੂੰ ਦੱਸ ਪੈ ਗਈ। ਕਹਿਣ ਲੱਗੇ ਰਾਜਨ, ਇੱਥੇ ਲੰਗਰ ਵਾਸਤੇ ਲੱਕੜੀਆਂ ਇਕੱਠੀਆਂ ਕਰਨ ਵਾਸਤੇ ਗੁਰੂ ਨਾਨਕ ਦੇ ਘਰ ਦਾ ਸਿੱਖ ਪਹੁੰਚਿਆ ਹੈ। ਜੰਗਲ ਵਿੱਚ ਰਹਿੰਦਾ, ਲੱਕੜੀਆਂ ਇਕੱਠੀਆਂ ਕਰਦਾ। ਇਸ ਤੋਂ ਪਹਿਲਾਂ ਕਿ ਉਹ ਲੱਕੜੀਆਂ ਲੈ ਕੇ ਚਲਿਆ ਜਾਵੇ ਤਾਂ ਉਸ ਨੂੰ ਪਹਿਲੇ ਮਿਲਦਾ ਹੈ। ਤੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਮਹਿਮਾ ਪੂਰਨ ਰੂਪ ਦੇ ਵਿੱਚ ਵਿਸ਼ਵ ਦੇ ਵਿੱਚ ਛਾਈ ਹੋਈ ਸੀ। ਕਹਿੰਦੇ ਗੁਰੂ ਨਾਨਕ ਦਾ ਸਿੱਖ ਹੈ, ਕਹਿੰਦੇ ਹਾਂ। ਹਰੀਪੁਰ ਦੇ ਰਾਜੇ ਨੇ ਉਸ ਸਿੱਖ ਨੂੰ ਭਾਈ ਸਾਉਣ ਮੱਲ ਨੂੰ ਜੰਗਲ ਦੇ ਵਿੱਚੋਂ ਲੱਕੜੀਆਂ ਕੱਟਦੇ ਨੂੰ ਲੱਭ ਲਿਆ। ਲੱਭ ਕੇ ਤੇ ਲੈ ਗਿਆ ਆਪਣੇ ਮਹਿਲਾਂ ਵਿੱਚ। ਪੁੱਤਰ ਪਿਆ ਮਰਿਆ। ਸਾਰੇ ਜਿਹੜੇ ਉੱਥੇ ਧਾਰਮਿਕ ਲੋਕ ਸੀਗੇ ਸਾਰੇ ਉਹ ਇਕੱਠੇ ਹੋਏ ਬੈਠੇ ਨੇ ਤੇ ਦੇਖ ਕੇ ਫਿਰ ਉਹਨਾਂ ਨੂੰ ਛਿੜ ਗਈ ਕੰਬਣੀ। ਕਹਿੰਦੇ ਜਦੋਂ ਸਾਥੋਂ ਨਹੀਂ ਕੁਛ ਹੋਇਆ, ਇਹ ਲੱਕੜੀਆਂ ਕੱਟਣ ਵਾਲਾ ਹੁਣ ਕਿੱਥੋਂ ਜਿਉਂਦਾ ਕਰ ਦੂਗਾ। ਫਟੇ ਪੁਰਾਣੇ ਕੱਪੜੇ ਨੇ, ਇਹਦੇ ਪੱਲੇ ਤੇ ਕੁਛ ਲੱਗਦਾ ਨਹੀਂ ਹੈ, ਇਹਦੇ ਕੋਈ ਚੱਜ ਦੇ ਜੋੜੇ ਨਹੀਂ ਪਾਏ ਹੋਏ, ਕੋਈ ਚੱਜ ਦੇ ਕੱਪੜੇ ਨਹੀਂ ਹੈ, ਇਹ ਕਿੱਥੋਂ ਇਹ ਜਿਉਂਦਾ ਕਰ ਦੂਗਾ। ਐਵੇਂ ਰਾਜਾ ਜੰਗਲਾਂ ਦੇ ਵਿੱਚੋਂ ਇਹਨੂੰ ਲੱਭ ਕੇ ਲਿਆਇਆ। ਕਿਉਂਕਿ ਬਹੁਤੇ ਜਦੋਂ ਲੋਕ ਧਾਰਮਿਕ ਬਣਦੇ ਯਤਨ ਕਰਦੇ ਨੇ ਨਾ, ਇਹ ਜ਼ਿਆਦਾਤਰ ਦਿਖਾਵੇ ਦੇ ਧਾਰਮਿਕ ਬਣਦੇ ਨੇ, ਦਿਖਾਵੇ ਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਦਿਖਾਵੇ ਦਾ ਸਿੱਖ ਨਾ ਬਣੀ, ਜੇ ਬਣ ਗਿਆ ਤੇਰਾ ਦਿਖਾਵਾ ਸ਼ਮਸ਼ਾਨ ਘਾਟ ਦੇ ਵਿੱਚ ਜਾ ਕੇ ਮੱਚ ਜਾਣਾ ਹੈ। ਦਿਖਾਵੇ ਦਾ ਨਾ ਬਣੀ। ਜੇ ਮਹਾਰਾਜ ਦਾ ਸਿੱਖ ਬਣਨਾ ਤਾਂ ਇਹੋ ਜਿਹਾ ਸਿੱਖ ਬਣੀ ਕਿ ਤੇਰਾ ਸਰੀਰ ਸ਼ਮਸ਼ਾਨ ਘਾਟ 'ਤੇ ਜਾਣ ਤੋਂ ਪਹਿਲਾਂ ਪਰਮਾਤਮਾ ਦੀ ਦਰਗਾਹ ਦੇ ਵਿੱਚ ਤੇਰੇ ਨਾਮ ਦੇ ਜੈਕਾਰੇ ਲੱਗਣੇ ਸ਼ੁਰੂ ਹੋ ਜਾਣ। ਇਹੋ ਜਿਹਾ ਬਣੀ, ਅੰਦਰੋਂ ਬਣੀ। ਤੇ ਜਦੋਂ ਤੂੰ ਅੰਦਰੋਂ ਕਾਮਯਾਬ ਹੋਇਆ, ਬਾਹਰੀ ਵਸਤਰਾਂ ਦੀ ਚੰਗਿਆਂ ਦੀ ਤੈਨੂੰ ਲੋੜ ਹੀ ਨਹੀਂ ਪੈਣੀ, ਲੋੜ ਹੀ ਨਹੀਂ ਪੈਣੀ। ਦੁਨੀਆ 'ਤੇ ਧਾਰਮਿਕ ਅਸਥਾਨਾਂ 'ਤੇ ਵੀ ਜਾਣ ਵਾਸਤੇ ਚੰਗੇ ਚੰਗੇ ਕੱਪੜੇ ਲੱਭਦੇ ਨੇ, ਚੰਗੇ ਕੱਪੜੇ ਪਾਏ। ਹੁਣ ਕੀ ਕਰਨਾ, ਉੱਥੇ ਲੋਕ ਦੇਖਣਗੇ ਇਕੱਠੇ ਹੋਏ ਹੈ, ਕੱਪੜੇ ਤਾਂ ਵਧੀਆ ਪਾਏ ਹੋਣ। ਲੋਕਾਂ ਨੂੰ ਕੱਪੜੇ ਦਿਖਾਉਣ ਵਾਸਤੇ ਅਸੀਂ ਮਹਾਰਾਜ ਦੇ ਚਰਨਾਂ ਵਿੱਚ ਆਉਂਦੇ ਹਾਂ ਵੀ ਅਸੀਂ ਕਿੰਨੇ ਕੁ ਚੰਗੇ ਹਾਂ। ਗੁਰੂ ਸਾਹਿਬ ਜੀ ਮਹਾਰਾਜ ਤੇ ਕਿਸੇ ਦੇ ਕੱਪੜੇ ਨਹੀਂ ਦੇਖਦੇ, ਕਿਸੇ ਦਾ ਮੂੰਹ ਮੱਥਾ ਨਹੀਂ ਦੇਖਣਾ ਮਹਾਰਾਜ ਨੇ। ਗੁਰੂ ਸਾਹਿਬ ਜੀ ਮਹਾਰਾਜ ਤੇ ਇਹ ਕਹਿੰਦੇ ਨੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ। ਮੈਨੂੰ ਤੇ ਆਪਣੀ ਰਹਿਤ ਪਿਆਰੀ ਲੱਗਦੀ ਹੈ। ਇਹ ਤੇ ਸਭ ਦੇ ਸਭ ਇਹ ਵਸਤੂਆਂ ਪਰਮਾਤਮਾ ਨਹੀਂ ਵੇਖਦੇ, ਪਰਮਾਤਮਾ ਦੇਖਦੇ ਨੇ ਕਿ ਮਨੁੱਖ ਅੰਦਰੋਂ ਕਿੰਨਾ ਕੁ ਸ਼ਕਤੀਸ਼ਾਲੀ ਹੈ, ਅੰਦਰੋਂ ਕਿੰਨਾ ਕੁ ਮੰਨਦਾ ਹੈ, ਅੰਦਰੋਂ ਕਿੰਨਾ ਕੁ ਕਾਮਯਾਬ ਹੈ, ਅੰਦਰੋਂ ਨਾਮ ਕਿੰਨਾ ਕੁ ਜਪਦਾ ਹੈ। ਇਹ ਤੇ ਸਭ ਦਾ ਸਭ ਦਿਖਾਵਾ ਰਹਿ ਗਿਆ। ਚੰਗੇ ਵਸਤਰ ਹੋਵਣ, ਚੰਗੇ ਨਹਾਤੇ ਠੀਕ ਹੈ, ਚਲੋ ਵਸਤਰ ਵੀ ਚੰਗੇ ਪਾਉਣੇ ਚਾਹੀਦੇ ਨੇ, ਇਸ਼ਨਾਨ ਪਾਣ ਵੀ ਬੰਦੇ ਨੂੰ ਕਰਨਾ ਚਾਹੀਦਾ ਹੈ। ਇਹ ਤੇ ਗੱਲਾਂ ਜ਼ਰੂਰੀ ਨੇ, ਪਰ ਇਹ ਇੰਨੀਆਂ ਵੀ ਜ਼ਰੂਰੀ ਨੇ ਵੀ ਕਿਤੇ ਸਾਰੀ ਜ਼ਿੰਦਗੀ ਕੱਪੜੇ ਪਾਉਣ ਦੇ ਵਿੱਚ ਹੀ ਉਲਝ ਰਹੇਗੀ ਸੀ। ਚੰਗੇ ਕੱਪੜੇ ਪਾਏ ਹੋਣ,
किते सारी जिंदगी अपने तन नूं धोंदे रह जाइए, मन नूं कदे धोईए ही ना। ये इन्ना भी जरूरी नहीं, जरूरी भी नहीं, ते इन्ने भी जरूरी नहीं कि सारी जिंदगी असीं इन्हां कामां दे विच ही उलझ गए। साउण मल आया फटे पुराने कपड़े, धार्मिक बंदे कहन लगे लै ये राजे का भी हुण दिमाग हल्लिया पिया, इहदा पुत्र चढ़ाई कर गया, ये हुण की इहनूं ठीक कर लूगा जदों साथों नहीं कुछ होया, क्योंकि धार्मिक बड़े बड़े धार्मिक स्थानां दे मुखिया उत्ते बैठे सी। भाई साउण मल जी ने एक बचन कहा, कहन लगे परमात्मा जे इहदे पिता ने कोई चंगे संस्कार कीते ने ना, ये पुत्र जिउंदा हो जाए। तरीका ते ओ पुत्र सी जिहड़ा ना जिउंदा होया। दूजी बार फिर भाई साउण मल जी कहंदे ने ऐ परमात्मा जे इस पुत्र ने कोई चंगे संस्कार कीते होण, चंगा कर्म कीता होवे, उन्हां दी बदौलत ये जिउंदा हो जाए। फिर भी जिउंदा ना होया। जिहड़े धार्मिक लोग बैठे सीगे बड़े बड़ी प्रभता वाले, उन्होंने तो फिर हसना शुरू कर दिता, कहते पता नहीं कित्थों नंग नूं लभ के लेके आए, कहते ऐ कदे पुत्र जिउंदे हुंदे हुंदे ने, ऐ कदे पुत्र जिउंदे हुंदे ने। सारिਆਂ ने उन्होंने देख के हसना शुरू कर दिता। महाराज कहते देखी ये जिहड़े तेरे हासे ने ना, ये किसी दी कमजोरी ते ना हस पैण, तड़फेगा सारी जिंदगी जे किसी दी कमजोरी देख के हस्सिया ते हासा हमेशा आउंदा है, जद भी आउंदा है ते किसी दी कमजोरी ते आउंदा है। आप जी जिंदगी दे विच कदे गौर मताला करना इस गल दा, बंदा भावें सारी जिंदगी ना हस्या होवे, जद भी हसेगा तो किसी दी कमजोरी देख के हसूगा। सारे दे सारे हस पे। फिर हरीपुर दा राजा कहन लग्या ऐ गुरसिखा तैनूं हथ बन के कहना वास्ता तैनूं गुरु नानक दे घर दा मेरे पुत्र नूं जिउंदा कर दे, पुੱਤ नूं जिउंदा कर दे। जदों वास्ता पाया ना गुरु नानक दे घर दा, भाई साउਣ मल ने कढ़िया खीसे दे विचों रुमाल, कहंदा राजन जे वास्ता पाउणा है गुरु नानक दे घर दा ते ऐ लै फिर हुण गुरु नानक दे घर दी बख्शिश दिंने आ। भाई साउਣ मल ने खीसे दे विचों कढ़ के रुमाल ज्यों ही उहदे मुखड़े ते फेरिया ते हरीपुर दे राजे दा पुत्र जिउंदा हो गया। बोलो सतनाम। हरीपुर दे राजे दा पुत्र जिउंदा हो गया, उठ के बैठा हो गया। देखिया चार चफेरा इन्नी दुनिया, सारे धर्मां दे लोग सामने बैठे। भाई साउਣ मल हरीपुर दे राजे दी जय जयकार हो गई, कहंदे तेरा पुत्र जिउंदा हो गया। पुत्र ने सचेत किया, कहन लगे ऐ मेरे पिता मैनू जिउंदा होया देख के बहुता खुश ना हो, खुश ना हो। की गल? कहंदे मैं सिर्फ ते सिर्फ चंद मिनटां वास्ते तेरे नाल गल्लां करन वास्ते जिउंदा होया। केत्यां के बाप केत्यां के बेटे केते गुर चेले फुन हुए। गुरबाणी ने सिद्ध की है वचन। केत्यां के बाप केत्यां के बेटे केते गुर चेले फुन हुए। इनों कहंदे ने कर्मा करके कई वारी ते बंदा बाप दे रूप दे विच आउंदा है, कई बारी कर्मा करके ते कई बारी ये बेटियां दे रूप दे विच आउंदा है कर्मा करके। कई बारी ये चेलियां दे रूप दे विच हुंदा है ते कई बारी ये गुरु दे रूप दे विच हुंदा है। पूर्व कर्म अंकुर जब प्रगटे भेट्यो पुरख रस क बैरागी। मिट्यो अंधेर मिलत हर नानक जन्म जन्म की सोई जागी।
ये कर्मा करके केतियां के बाप, कईयां दा बाप बनिया, केतियां के बेटे, कर्मा करके कईयां दा बेटा बनिया। ये तो लेने देने दे संबंध बने ने। कर्मा करके, कर्मा करके लेने देने दे संबंध बने। कई जन्म मैं तेरा पिता बनता रहा, कई जन्म मैं तेरा बेटा बनता रहा, पर अज साउण मल जी आए ने, अज अपना दोनों पुत्र अते बाप का लेखा जोखा पूरा हो गया। जिन्ने बारी तू मेरा बाप पिता बनया ते जिन्ने बारी मैं तेरा पिता बनया सी, उन्ने बारी तू मेरा पिता बनया। अज जिहड़ा सी इस जिंदगी दे विच अपना लेखा जोखा पूरा हो गया। ऐ मेरे पिता, ठीक है भाई साउण मल जियां ने मैनू ठीक कर लिया, पर मैं हुण चंद दिन तेरे कोले रह सकदा। जो तू गल्लां बातां मेरे नाल करनियां ने कर सकदा है, पर हुण अपना लेखा जोखा पूरा हो गया। जिन्ने बारी तू मेरा पुत्र बनया सी, उन्ने बारी मैं तेरा पुत्र बन गया। अज लेखा जोखा पूरा है, अज लेखा जोखा पूरा है। ते मैं चंद मिनटां वास्ते भाई साउण मल जियां दे सारे धार्मिक स्थानां दे लोग, साउण मल जियां ने गल्लां बातां करवाइयां, सारियां गल्लां करके हरीपुर दा राजा पुत्र सी जिहड़ा दुबारे फिर अकाल चलाना कर गया। कहंदे बख्शिश मिली सी तैनू, गुरु नानक दे घर दा वास्ता पाया सी, ते भाई साउण मल जियां ने अपनियां गल्लां करवा दित्तियां, वरना मैं जिउंदा नहीं होना सी। सारे धार्मिक स्थानां दे मुखिया ने ते सारे दा सारा अपना जो कुछ भी उन्हां तो वरतारा हो सकदा सी उन्हां ने वरताया, पर ये भाई साउण मल जियां दी बदौलत तेरे नाल मेरियां गल्लां हो गईयां। अज अपना लेखा जोखा पूरा। ये गुरु साहिब जी महाराज कहते ने कर्मा करके सब कुछ बनया होया है। केतियां के बाप, केतियां के बेटे, केते गुर चेले फुन हुए। कर्मा करके कई तो बाप बने हुए ने, ते कर्मा करके कई बेटे बन के बाप तो अपना लेखा जोखा पूरा करवा रहे हैं। बाप तो अपना लेखा जोखा पूरा लेंदे ने, क्योंकि सारी दी सारी जिंदगी बच्चे लेंदे ही रहंदे ने, लेंदे ही रहंदे ने, लेंदे ही रहंदे ने। फिर गुरबाणी एक पिता नूं समझाउंदी है कि जे तू इस जन्म दे विच अपने बच्चे नूं माड़े संस्कार देवेगा ना, अगाहां वाले जन्म दे विच ओही तेरा पिता बन के तैनू संस्कार माड़े देवेगा। जिवें अज तेरे बच्चे तड़फदे ने, तड़फेगा तू भी। केतियां के बाप, केतियां के बेटे, केते गुर चेले फुन हुए। गुरु साहिब जी महाराज की गुरबाणी है। गुरबाणी हर एक चीज़ नूं, हर एक वस्तु नूं सिद्ध करके साडे सामने रखती है, ताकि किसी भी प्रकार की जिहड़ी दुविधा है ये मनुखा जिंदगी दे विच रहे ना, सारी दी सारी दुविधा इहदे अंदरों निकल जाए। डॉक्टर कहता है ना कि ये तेरा बीमारी ते ठीक होगी, पर ये दोबारे बीमारी ना पैदा होवे, इहदी जड़ ही कट दीए, तू थोड़ा चिर होर दवाई खा ले। गुरु साहिब जी महाराज भी कहते हैं कि किसी भी प्रकार की तेरे अंदर दुविधा ना रहे, ये जहर सारी दी सारी कढ़ दे, निर्मल हो जा, सारी कढ़ दे। ते सारी दी सारी ये जहर जिहड़ी मनुख दे अंदर भरी हुई है ना, ये गुरु साहिब जी महाराज, गुरु ग्रंथ साहिब जी महाराज जी की गुरबाणी सिद्ध कर करके मनुख की झोली दे विच पाउंदी है। किन्ने प्रकार की जहर है, किवें तो खा रहे तैनूं पता नहीं लग रहा। ते ये सारे दे सारे जिहड़े संस्कार बने ने, ये जिहड़े कर्म बने हुए ने, ये सारी दी सारी दुनिया अपने कर्म भुगतदी है इस संसार दे विच। तो गुरु साहिब जी महाराज कहते ने, ये पूर्व कर्म अंकुर जब प्रगटे, पूर्वले जन्मा करके कई बाप बने हुए ने, कई बेटे बने ने। कई बेटे बन के अपने बाप नूं खा रहे ने, माफ़ करना, कई माँ बन के अपनियां धीआं नूं खा रही हैं। ये तो दुनिया ते बड़ा कुछ चल रहा है। तो जिमें जिमें असीं सिलसिलावार गुरबाणी पढ़ते हैं, क्योंकि हुण मैं गुरबाणी की जिहड़ी पूरी व्याख्या है वो तो तुहाडे सामने इन्ने टाइम दे विच नहीं रख सकदा। कोई भी गल है जब उन्होंने शुरू कर लईए
ਉਹਨੂੰ ਐਂਡ 'ਤੇ ਜਾ ਕੇ ਸਿੱਧ ਕਰਨ ਵਾਸਤੇ ਕਈ ਪ੍ਰਮਾਣ ਲਾਉਣੇ ਪੈਂਦੇ ਨੇ, ਕਈ ਪ੍ਰਮਾਣ। ਜਿਵੇਂ ਅਸੀਂ ਘਰ ਦੇ ਵਿੱਚ ਵਿਆਹ ਦਾ ਦਿਨ ਰੱਖ ਲਈਏ ਨਾ ਬੱਚਿਆਂ ਦਾ, ਫਿਰ ਉਹ ਜਿਹੜੇ ਦਿਨ ਤੋਂ ਲੈ ਕੇ ਦਿਨ ਰੱਖਿਆ ਜਾਂਦਾ ਉਸੇ ਦਿਨ ਤੋਂ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ, ਅਤੇ ਫਿਰ ਉਹਨਾਂ ਦੇ ਅਨੇਕਾਂ ਤਰ੍ਹਾਂ ਦੇ ਸ਼ਿੰਗਾਰ ਲਾਉਣੇ, ਹਲਵਾਈਆਂ ਦਾ ਪ੍ਰਬੰਧ ਕਰਨਾ, ਆਉਣ ਜਾਣ ਦਾ ਪ੍ਰਬੰਧ ਕਰਨਾ, ਕਿੰਨਾ ਪ੍ਰਬੰਧ ਸਾਨੂੰ ਕਰਨਾ ਪੈਂਦਾ। ਸਾਰੇ ਦਾ ਸਾਰਾ ਪਰਿਵਾਰ ਉਸੇ ਕਰਮ 'ਤੇ ਲੱਗਿਆ ਹੁੰਦਾ ਵੀ ਤਿਆਰੀਆਂ ਕਰਨੀਆਂ ਨੇ ਵਿਆਹ ਦੇ ਵਿੱਚ, ਅਤੇ ਫਿਰ ਜਾ ਕੇ ਸਾਰੇ ਪਰਿਵਾਰ ਦੇ ਉਦਮ ਸਦਕਾ ਬੱਚੇ ਦਾ ਜਾਂ ਬੱਚੀ ਦੀ ਸ਼ਾਦੀ ਕੀਤੀ ਜਾਂਦੀ ਹੈ। ਫਿਰ ਉਹਨਾਂ ਨੂੰ ਸ਼ਿੰਗਾਰਿਆ ਜਾਂਦਾ ਵਿਆਹ ਵਾਲੇ ਦਿਨ। ਅਤੇ ਜਿਹੜੀ ਅਸੀਂ ਵਿਆਖਿਆ ਕਰਦੇ ਹਾਂ, ਕੋਈ ਵੀ ਕਰਮ ਸ਼ੁਰੂ ਕਰਦੇ ਹਾਂ, ਉਹਨੂੰ ਪ੍ਰਮਾਣ ਦੇ ਕੇ ਉਹਨੂੰ ਸ਼ਿੰਗਾਰਿਆ ਜਾਂਦਾ ਹੈ, ਸ਼ਿੰਗਾਰ ਕੇ ਅੱਗੇ ਰੱਖਿਆ ਜਾਂਦਾ ਹੈ। ਪਰ ਉਸ ਵਾਸਤੇ ਕਿਸ ਦੀ ਲੋੜ ਪੈਂਦੀ ਹੈ? ਉਹਦੇ ਵਾਸਤੇ ਸਮੇਂ ਦੀ ਲੋੜ ਪੈਂਦੀ ਹੈ, ਅਤੇ ਸਮਾਂ ਸੀਮਤ ਦਾਇਰੇ ਦੇ ਵਿੱਚ ਹਰ ਇੱਕ ਮਨੁੱਖ ਨੂੰ ਰਹਿਣਾ ਪੈਂਦਾ ਹੈ, ਕਿਉਂਕਿ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਸਮੇਂ ਤੋਂ ਬਿਨਾਂ ਕੋਈ ਵੀ ਵਸਤੂਆਂ ਨੇ ਇਹ ਬੇਰਸੀਆਂ ਹੋ ਜਾਂਦੀਆਂ ਨੇ। ਤੋ ਇਸ ਗੱਲ ਨੂੰ ਸਿੱਧ ਕਰਨ ਵਾਸਤੇ ਕਾਫੀ ਸਮੇਂ ਦੀ ਲੋੜ ਹੈ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਹਨ ਕਿ ਇਹ ਸਾਰੇ ਦੇ ਸਾਰੇ ਜਿੰਨੇ ਅਸੀਂ ਮਿਲੇ ਹੋਏ ਹਾਂ, ਕੋਈ ਕਿਸੇ ਰੂਪ ਦੇ ਵਿੱਚ ਹੈ, ਕੋਈ ਕਿਸੇ ਰੂਪ ਦੇ ਵਿੱਚ ਹੈ, ਲੈਣੇ ਦੇਣੇ ਦੇ ਸੰਬੰਧ ਇੱਕ ਦੂਜੇ ਦੇ ਬਣਾਏ ਹੋਏ ਨੇ ਪਰਮਾਤਮਾ ਨੇ। ਇਸ ਜਨਮ ਦੇ ਵਿੱਚ ਅਸੀਂ ਲੈਣੇ ਦੇਣੇ ਦੇ ਸੰਬੰਧ ਕਰਕੇ ਜਿਹੜਾ ਸੰਸਾਰ ਦੇ ਨਾਲ ਜੁੜੇ ਹੋਏ ਆ। ਤਾਂ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੀ ਗੁਰਬਾਣੀ ਨੇ ਕਿਸੇ ਵੀ ਪ੍ਰਕਾਰ ਦੀ ਦੁਬਿਧਾ ਮਨੁੱਖ ਦੇ ਅੰਦਰ ਨਾ ਰਹੇ, ਸਾਰੇ ਪ੍ਰਕਾਰ ਦੀ ਦੁਬਿਧਾ ਕੱਢੀ ਹੈ। ਤਾਂ ਫਿਰ ਜੇ ਕਰੋੜਾਂ ਤਰ੍ਹਾਂ ਦੀ ਦੁਬਿਧਾ ਹੈ, ਜੇ ਸਾਰੀ ਦੀ ਸਾਰੀ ਜ਼ਹਿਰ ਹੀ ਅੰਦਰੋਂ ਕੱਢਣੀ ਹੋਵੇ, ਤੇ ਫਿਰ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਤੂੰ ਬਾਣੀ ਪੜ੍ਹਿਆ ਕਰ, ਗੁਰਬਾਣੀ ਦੇ ਸ਼ਬਦਾਂ ਦੀ ਵਿਆਖਿਆ ਕਰਿਆ ਕਰ, ਸੁਣਿਆ ਕਰ। ਇਹ ਕਰਮ ਬੰਦਾ ਕਰਨਾ ਨਹੀਂ ਚਾਹੁੰਦਾ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਕਰਮ ਤੇ ਤੈਨੂੰ ਫਿਰ ਕਰਨਾ ਹੀ ਪੈਣਾ ਹੈ। ਇੰਨਾ ਕੁ ਉਦਮ ਉਪਰਾਲਾ ਤੂੰ ਕਰ ਕਿ ਪਰਮਾਤਮਾ ਦੇ ਘਰ ਦੇ ਵਿੱਚ ਸੁਣਿਆ ਕਰ, ਗਾਇਆ ਕਰ। ਤੇਰਾ ਗਾਉਣਾ ਅਤੇ ਤੇਰਾ ਸੁਣਨਾ ਇੱਕ ਦਿਨ ਪਰਮਾਤਮਾ ਤੇਰੇ ਕੋਲ ਖੁਦ ਪਹੁੰਚ ਜਾਵੇਗਾ। ਸੋ ਗੁਰੂ ਸਾਹਿਬ ਜੀ ਮਹਾਰਾਜ ਨੇ ਭਾਈ ਸਾਉਣ ਮੱਲ ਨੂੰ ਇੱਕ ਰੁਮਾਲ ਦਿੱਤਾ, ਬਖਸ਼ਿਸ਼ਾਂ ਦਿੱਤੀਆਂ, ਜਿਸ ਦੀ ਬਦੌਲਤ ਉਹ ਪੂਰਬਲੇ ਕਰਮਾਂ ਦਾ ਜਿਹੜੇ ਸਾਰੇ ਸੰਸਕਾਰ ਸੀ ਭਾਈ ਸਾਉਣ ਮੱਲ ਜੀਆਂ ਨੇ ਹਰੀਪੁਰ ਦੇ ਰਾਜੇ ਨੂੰ ਉਠਾ ਕੇ ਉਹਨਾਂ ਦੀਆਂ ਗੱਲਾਂ ਬਾਤਾਂ ਕਰਵਾਈਆਂ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਸੰਸਾਰ ਦੇ ਵਿੱਚ ਆਉਣਾ ਜਾਣਾ ਹਰ ਇੱਕ ਮਨੁੱਖ ਦਾ ਬਣਿਆ ਹੋਇਆ ਹੈ, ਪਰ ਕਰਮਾਂ ਕਰਕੇ ਮਨੁੱਖ ਹੈ ਜਿਹੜਾ ਉਹ ਦੁੱਖ ਭੋਗਦਾ ਰਹਿੰਦਾ ਹੈ, ਕਰਮਾਂ ਕਰਕੇ ਮਨੁੱਖ ਸੁੱਖ ਭੋਗਦਾ ਰਹਿੰਦਾ ਹੈ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ, ਕਰਮਾਂ ਕਰਕੇ ਦੁੱਖ ਭੋਗਣੇ, ਕਰਮਾਂ ਕਰਕੇ ਸੁੱਖ ਭੋਗਣੇ। ਇਸ ਦੇ ਅਗਾਹਾਂ ਪ੍ਰਮਾਣ ਹੋਰ ਬੜੇ ਨੇ, ਪਰ ਸਮਾਪਤੀ ਦਾ ਸਮਾਂ ਹੋ ਚੁੱਕਿਆ ਹੈ। ਭੁੱਲਾਂ ਚੁੱਕਾਂ ਦੀ ਖਿਮਾ ਆਈਆਂ ਸੰਗਤਾਂ ਦਾ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।